Kanchan Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 159ਵੇਂ ਅੰਗ ਦੀ ਬਾਣੀ ਦੀ ਵਿਆਖਿਆ ਕਰਦੇ ਹਾਂ ਜੀ। 159ਵੇਂ ਅੰਗ ਤੇ ਵਿਰਾਜਮਾਨ ਪਹਿਲੇ ਹੀ ਸ਼ਬਦ ਦੇ ਵਿੱਚ ਮਨੁੱਖ ਦੇ ਮਨ ਬਾਰੇ ਗੱਲ ਕੀਤੀ ਗਈ ਹੈ। ਗੌੜੀ ਗੁਆਰਰੀ ਮਹਿਲਾ ਤੀਜਾ, ਮਨ ਮਾਰੇ ਧਾਤ ਮਰ ਜਾਏ, ਬਿਨ ਮੂਏ ਕੈਸੇ ਹਰ ਪਾਏ। ਕਹਿੰਦੇ ਜਿਹੜੇ ਮਨੁੱਖ ਨੇ ਆਪਣਾ ਮਨ ਮਾਰ ਲਿਆ, ਉਹਦੀ ਮਾਇਆ ਵਾਲੀ ਭਟਕਣਾ ਵੀ ਮਰ ਜਾਂਦੀ ਹੈ। ਧਾਤ ਤੋਂ ਭਾਵ ਭਟਕਣਾ, ਤੇ ਬਿਨਾਂ ਮਨ ਮਾਰੇ ਉਸ ਪ੍ਰਮਾਤਮਾ ਨੂੰ ਪਾਇਆ ਨਹੀਂ ਜਾ ਸਕਦਾ। ਕਹਿੰਦੇ ਬਿਨ ਮੂਏ ਕੈਸੇ ਹਰ ਪਾਏ, ਕਿ ਜਦੋਂ ਤੱਕ ਤੁਸੀਂ ਆਪਣਾ ਮਨ ਨਹੀਂ ਮਾਰਦੇ, ਆਪਣੇ ਮਨ ਨੂੰ ਕਾਬੂ ਦੇ ਵਿੱਚ ਨਹੀਂ ਕਰਦੇ, ਉਦੋਂ ਤੱਕ ਪਰਮਾਤਮਾ ਦੇ ਨਾਲ ਸਾਂਝ ਪਾਉਣੀ ਬੜੀ ਔਖੀ ਹੈ। ਮਨ ਮਰੈ ਦਾਰੂ ਜਾਣੈ ਕੋਈ, ਪਰ ਕਹਿੰਦੇ ਮਨ ਨੂੰ ਮਾਰਨ ਦੀ, ਕਾਬੂ ਦੇ ਵਿੱਚ ਕਰਨ ਦੀ ਜੋ ਦਵਾਈ ਹੈ, ਉਹ ਕੋਈ ਵਿਰਲਾ ਮਨੁੱਖ ਹੀ ਜਾਣਦਾ ਹੈ। ਮਨ ਸ਼ਬਦ ਮਰੈ ਬੂਝੈ ਜਨ ਸੋਈ, ਤੇ ਉਹ ਜਿਹੜਾ ਮਨੁੱਖ ਉਹਦੀ ਦਵਾਈ ਜਾਣਦਾ ਹੈ, ਉਹਨੂੰ ਪਤਾ ਹੈ ਕਿ ਇਹ ਜੋ ਮਨ ਹੈ ਗੁਰੂ ਦੇ ਸ਼ਬਦਾਂ ਦੇ ਰਾਹੀਂ ਕਾਬੂ ਕੀਤਾ ਜਾ ਸਕਦਾ ਹੈ। ਮਨ ਸ਼ਬਦ ਮਰੈ, ਇਸ ਗੱਲ ਦੀ ਸਮਝ ਆ ਜਾਂਦੀ ਹੈ ਉਹਨੂੰ ਕਿ ਮਨ ਜੋ ਹੈ ਸ਼ਬਦ ਦੇ ਵਿੱਚ ਲਾਇਆ ਮਰਦਾ ਹੈ, ਕਾਬੂ ਦੇ ਵਿੱਚ ਕੀਤਾ ਜਾਂਦਾ ਹੈ। ਜਿਸਨੂੰ ਬਖਸ਼ੇ ਦੇ ਵਡਿਆਈ, ਗੁਰ ਪ੍ਰਸਾਦ ਹਰ ਵਸੈ ਮਨ ਆਈ ਰਹਾਓ। ਕਹਿੰਦੇ ਜਿਸ ਮਨੁੱਖ ਦੇ ਉੱਤੇ ਉਹ ਪ੍ਰਮਾਤਮਾ ਮਿਹਰ ਕਰਦਾ ਹੈ, ਉਹਨੂੰ ਉਹ ਵਡਿਆਈ ਬਖਸ਼ ਦਿੰਦਾ ਹੈ, ਤੇ ਗੁਰੂ ਦੀ ਕਿਰਪਾ ਦੇ ਨਾਲ ਉਸ ਮਨੁੱਖ ਦੇ ਮਨ ਦੇ ਵਿੱਚ ਪਰਮਾਤਮਾ ਆ ਵਸਦਾ ਹੈ। ਗੁਰਮੁਖ ਕਰਨੀ ਕਾਰ ਕਮਾਵੈ, ਤਾ ਇਸ ਮਨ ਕੀ ਸੋਝੀ ਪਾਵੈ। ਜੇਕਰ ਮਨੁੱਖ ਅਜਿਹੀ ਕਾਰ ਕਮਾਵੇ, ਅਜਿਹੇ ਕੰਮ ਕਰੇ ਜਿਹਦੇ ਨਾਲ ਕਿ ਉਹਦੀ ਜੋ ਕਰਨੀ ਹੈ, ਉਹਦਾ ਜੋ ਰਹਿਣਾ ਬਹਿਣਾ ਹੈ, ਉਹ ਗੁਰਮੁਖਾਂ ਜੈਸਾ ਹੋ ਜਾਏ, ਤਾਂ ਉਹ ਆਪਣੇ ਮਨ ਨੂੰ ਸੋਝੀ ਪਾ ਸਕਦਾ ਹੈ, ਆਪਣੇ ਮਨ ਨੂੰ ਸਮਝ ਸਕਦਾ ਹੈ। ਕਿਉਂਕਿ ਜੇਕਰ ਤੁਸੀਂ ਆਪਣੇ ਮਨ ਨੂੰ ਕਾਬੂ ਦੇ ਵਿੱਚ ਕਰਨਾ ਹੈ ਤਾਂ ਪਹਿਲਾਂ ਉਹਨੂੰ ਸਮਝਣਾ ਪਏਗਾ। ਬਿਨਾਂ ਆਪਣੇ ਮਨ ਨੂੰ ਜਾਣੇ ਅਸੀਂ ਉਹਨੂੰ ਕਾਬੂ ਨਹੀਂ ਕਰ ਸਕਦੇ। ਜਦੋਂ ਮਨ ਨੂੰ ਕਾਬੂ ਕਰਨ ਦੀ ਗੱਲ ਆਉਂਦੀ ਹੈ ਤਾਂ ਪ੍ਰਮੁੱਖ ਤੌਰ ਤੇ ਇਹੀ ਗੱਲਾਂ ਆ ਜਾਂਦੀਆਂ ਨੇ ਕਿ ਸਾਡਾ ਮਨ ਕਿਹੜੇ ਪਾਸਿਆਂ ਵੱਲ ਨੂੰ ਬੜੀ ਛੇਤੀ ਭੱਜਦਾ ਹੈ। ਕੀ ਇਹ ਕੋਈ ਸਵਾਦਲੇ ਭੋਜਨ ਖਾਣ ਵੱਲ ਨੂੰ ਬਹੁਤ ਛੇਤੀ ਜਾਂਦਾ ਹੈ, ਮਾੜੇ ਕੰਮਾਂ ਵੱਲ ਨੂੰ ਬਹੁਤ ਛੇਤੀ ਜਾਂਦਾ ਹੈ, ਨਸ਼ਿਆਂ ਵੱਲ ਨੂੰ ਬੜੀ ਛੇਤੀ ਜਾਂਦਾ ਹੈ, ਜਾਂ ਇਹ ਕ੍ਰੋਧ ਵੱਲ ਨੂੰ ਬੜੀ ਛੇਤੀ ਜਾਂਦਾ ਹੈ, ਜਾਂ ਇਹ ਹਉਮੈ ਵੱਲ ਨੂੰ ਬੜੀ ਛੇਤੀ ਜਾਂਦਾ ਹੈ। ਇਹਨਾਂ ਗੱਲਾਂ ਤੋਂ ਹੀ ਅਸੀਂ ਆਪਣੇ ਮਨ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤੇ ਉਹਨੂੰ ਕਾਬੂ ਕਰਨ ਦੇ ਲਈ ਸਾਨੂੰ ਇਹ ਜਾਣਨਾ ਪੈਣਾ ਹੈ, ਸਾਡੇ ਮਨ ਨੂੰ ਸਮਝਣਾ ਪੈਣਾ ਹੈ ਕਿ ਕਿੱਦਾਂ ਦੇ ਹਾਲਾਤਾਂ ਦੇ ਵਿੱਚ ਇਹ ਸਾਡਾ ਮਨ ਇਹਨਾਂ ਮਾੜੀਆਂ ਗੱਲਾਂ ਜਾਂ ਮਾੜੇ ਕੰਮਾਂ ਵੱਲ ਨੂੰ ਭੱਜਦਾ ਹੈ। ਕਿਉਂਕਿ ਸਾਡੀ ਜ਼ਿੰਦਗੀ ਨੂੰ ਬਤੀਤ ਕਰਨ ਦੇ ਵਿੱਚ ਸਾਡੇ ਆਲੇ ਦੁਆਲੇ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਅਸੀਂ ਕਿੱਦਾਂ ਦੇ ਵਾਤਾਵਰਣ ਦੇ ਵਿੱਚ ਰਹਿੰਦੇ ਹਾਂ, ਕਿੱਦਾਂ ਦੇ ਲੋਕਾਂ ਦੇ ਕੋਲ ਰਹਿੰਦੇ ਹਾਂ, ਕਿਸ ਕਿਸ ਪ੍ਰਕਾਰ ਦੇ ਜੋ ਕੰਮ ਨੇ ਉਹ ਸਾਡੇ ਆਸ-ਪਾਸ ਹੁੰਦੇ ਰਹਿੰਦੇ ਨੇ, ਉਹਨਾਂ ਚੀਜ਼ਾਂ ਤੋਂ ਅਸੀਂ ਪ੍ਰੇਰਿਤ ਹੁੰਦੇ ਹਾਂ। ਉਹਨਾਂ ਦੇ ਵਿੱਚ ਹੀ ਸਾਡੇ ਮਨ ਨੂੰ ਕਿਸੇ ਇੱਕ ਪਾਸੇ ਲਿਜਾਣ ਦੇ ਲਈ ਟ੍ਰਿਗਰ ਛਿਪੇ ਹੁੰਦੇ ਨੇ। ਜੇਕਰ ਅਸੀਂ ਨਸ਼ਿਆਂ ਦੀ ਗੱਲ ਲੈ ਲਈਏ ਤਾਂ ਜ਼ਿਆਦਾਤਰ ਟ੍ਰਿਗਰ ਜੋ ਹੁੰਦਾ ਹੈ ਉਹ ਮਨੁੱਖ ਦਾ ਜੋ ਦੋਸਤਾਂ ਦਾ ਗਰੁੱਪ ਹੈ ਉਹੀ ਹੁੰਦਾ ਹੈ, ਜਾਂ ਕੋਈ ਸਟ੍ਰੈਸ ਕਹਿ ਸਕਦੇ ਹਾਂ ਕਿ ਕੋਈ ਸਟ੍ਰੈਸ ਵੀ ਕਈ ਵਾਰ ਟ੍ਰਿਗਰ ਹੁੰਦੀ ਹੈ ਕਿ ਮਨੁੱਖ ਆਪਣੀ ਜ਼ਿੰਦਗੀ ਵਧੀਆ ਬਤੀਤ ਕਰ ਰਿਹਾ ਹੈ, ਪਰ ਅਚਾਨਕ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਸਟ੍ਰੈਸ ਆ ਜਾਂਦੀ ਹੈ ਤਾਂ ਉਹਦੇ ਲਈ ਉਹ ਟ੍ਰਿਗਰ ਦਾ ਕੰਮ ਕਰਦੀ ਹੈ। ਉਹਦੇ ਤੋਂ ਨਿਜਾਤ ਪਾਉਣ ਦੇ ਲਈ ਉਹ ਨਸ਼ਿਆਂ ਵੱਲ ਨੂੰ ਭੱਜਦਾ ਹੈ। ਤਾਂ ਉਹਨਾਂ ਟ੍ਰਿਗਰਸ ਨੂੰ ਅਸੀਂ ਪਛਾਣਨਾ ਹੈ ਕਿ ਕੀ ਗੱਲ ਹੁੰਦੀ ਹੈ, ਕਿਹੜਾ ਅਜਿਹਾ ਐਕਟ ਹੁੰਦਾ ਹੈ ਜਦੋਂ ਸਾਡਾ ਮਨ ਕਿਸੇ ਖਾਸ ਪਾਸੇ ਵੱਲ ਨੂੰ ਭਟਕਦਾ ਹੈ। ਤੇ ਮੇਰਾ ਖਿਆਲ ਹੈ ਉਸ ਤੋਂ ਵੀ ਪਹਿਲਾਂ ਸਾਨੂੰ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਸਾਡਾ ਮਨ ਕਿਹੜੇ ਪਾਸੇ ਵੱਲ ਨੂੰ ਭਟਕਦਾ ਹੈ। ਸੋ ਅੱਗੇ ਵੱਧਦੇ ਹਾਂ। ਮਨ ਮੈ ਮਤ ਮੈਗਲ ਮਿਕਦਾਰਾ, ਗੁਰ ਅੰਕ ਸਮਾਰ ਜਿਵਾਲਨ ਹਾਰਾ। ਕਹਿੰਦੇ ਜੋ ਮਨ ਹੈ ਉਹ ਮੈਂ ਮਤ ਹੈ। ਮੈਂ ਇੱਥੇ ਸ਼ਰਾਬ ਦੇ ਲਈ ਵਰਤਿਆ ਗਿਆ ਹੈ। ਜਿਸ ਤਰ੍ਹਾਂ ਮੈਂ ਖਾਨਾ ਸ਼ਬਦ ਅਸੀਂ ਬਹੁਤ ਵਾਰ ਸੁਣਿਆ ਹੁੰਦਾ ਹੈ। ਮੈਗਲ ਤੋਂ ਭਾਵ ਹੈ ਹਾਥੀ,
ਤੇ ਮਿਕਦਾਰਾ ਤੋਂ ਭਾਵ ਵਾਂਗ। ਕਹਿੰਦੇ ਇਹ ਜੋ ਮਨ ਹੈ ਸ਼ਰਾਬ ਦੇ ਨਸ਼ੇ ਦੇ ਵਿੱਚ ਪਾਗਲ ਹਾਥੀ ਵਾਂਗ ਹੈ, ਤੇ ਜੋ ਗੁਰੂ ਹੈ ਉਹ ਅੰਕਸ ਮਾਰ ਕੇ, ਅੰਕਸ ਤੋਂ ਭਾਵ ਕੁੰਡਾ, ਉਹ ਕਹਿੰਦੇ ਕੁੰਡਾ ਮਾਰ ਕੇ ਸਾਡੇ ਮਨ ਨੂੰ ਕਾਬੂ ਦੇ ਵਿੱਚ ਕਰਦਾ ਹੈ ਤੇ ਸਾਨੂੰ ਆਤਮਿਕ ਜੀਵਨ ਬਖਸ਼ਣ ਦੀ ਸਮਰੱਥਾ ਰੱਖਦਾ ਹੈ। ਸੋ ਸਾਡਾ ਮਨ ਪਾਗਲ ਹਾਥੀ ਵਰਗਾ ਹੈ ਜਿਹਨੂੰ ਕਿ ਸਹੀ ਰਸਤੇ ਤੇ ਲੈ ਕੇ ਆਉਂਦਾ ਹੈ ਗੁਰੂ। ਮਨ ਅਸਾਧ ਸਾਧਾ ਜਨ ਕੋਏ, ਅਚਰ ਚਰੈ ਤਾਂ ਨਿਰਮਲ ਹੋਏ। ਅਸਾਧ ਤੋਂ ਭਾਵ ਜਿਹਨੂੰ ਸਾਧਿਆ ਨਾ ਜਾ ਸਕੇ, ਜਿਹਨੂੰ ਵਸ ਦੇ ਵਿੱਚ ਨਾ ਕੀਤਾ ਜਾ ਸਕੇ। ਕਹਿੰਦੇ ਜੋ ਮਨ ਹੈ ਉਹ ਅਸਾਧ ਹੈ, ਉਹਨੂੰ ਵਸ ਦੇ ਵਿੱਚ ਕਰਨਾ ਬੜਾ ਔਖਾ ਹੈ। ਸਾਧਾ ਜਨ ਕੋਏ, ਪਰ ਅਜਿਹਾ ਨਹੀਂ ਹੈ ਕਿ ਤੁਸੀਂ ਕਰ ਹੀ ਨਹੀਂ ਸਕਦੇ। ਕਈ ਵਿਰਲੇ ਮਨੁੱਖ ਹੁੰਦੇ ਨੇ ਜਿਹੜੇ ਆਪਣੇ ਮਨ ਨੂੰ ਸਾਧ ਲੈਂਦੇ ਨੇ, ਕਾਬੂ ਦੇ ਵਿੱਚ ਕਰ ਲੈਂਦੇ ਨੇ। ਅਚਰ ਚਰੈ ਤਾਂ ਨਿਰਮਲ ਹੋਏ। ਅਚਰ ਤੋਂ ਭਾਵ ਜਿਹਨੂੰ ਮੋੜਿਆ ਨਾ ਜਾ ਸਕੇ, ਤੇ ਮਨ ਸਾਡਾ ਅਜਿਹਾ ਵੀ ਹੈ ਵੀ ਅਸੀਂ ਉਹਨੂੰ ਮੋੜ ਨਹੀਂ ਸਕਦੇ ਛੇਤੀ ਛੇਤੀ, ਤੇ ਜਿਹਨੇ ਮੋੜ ਲਿਆ ਅਚਰ ਚਰੈ, ਨਾ ਮੋੜੇ ਜਾ ਸਕਣ ਵਾਲੇ ਮਨ ਨੂੰ ਜਿਹਨੇ ਮੋੜ ਲਿਆ ਤਾਂ ਨਿਰਮਲ ਹੋਏ, ਉਹ ਪਵਿੱਤਰ ਹੋ ਜਾਂਦਾ ਹੈ। ਗੁਰਮੁਖ ਇਹ ਮਨ ਲਿਆ ਸਵਾਰ, ਹਉਮੈ ਵਿੱਚੋਂ ਤਜੇ ਵਿਕਾਰ। ਜੋ ਗੁਰਮੁਖ ਹੈ ਆਪਣੇ ਮਨ ਨੂੰ ਸਵਾਰ ਲੈਂਦਾ ਹੈ। ਗੁਰਮੁਖ ਇਹ ਮਨ ਲਿਆ ਸਵਾਰ, ਹਉਮੈ ਵਿੱਚੋਂ, ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰ ਲੈਂਦਾ ਹੈ। ਤਜੇ ਵਿਕਾਰ, ਤੇ ਵਿਕਾਰਾਂ ਨੂੰ ਤਿਆਗ ਦਿੰਦਾ ਹੈ। ਜੋ ਧੁਰ ਰਾਖਿਅਨ ਮੇਲ ਮਿਲਾਏ, ਜਿਹੜੇ ਪ੍ਰਮਾਤਮਾ ਨੇ ਸ਼ੁਰੂ ਤੋਂ ਸਾਡੀ ਰੱਖਿਆ ਕੀਤੀ ਹੈ ਤੇ ਸਾਡੀ ਰੱਖਿਆ ਕਰਦਾ ਹੈ, ਉਹੀ ਗੁਰੂ ਦੇ ਨਾਲ ਵੀ ਸਾਡਾ ਮੇਲ ਮਿਲਾਉਂਦਾ ਹੈ। ਕਦੇ ਨਾ ਵਿਛੜਾ ਸ਼ਬਦ ਸਮਾਏ, ਤੇ ਜਦੋਂ ਮਨੁੱਖ ਗੁਰੂ ਦੇ ਸ਼ਬਦਾਂ ਦੇ ਵਿੱਚ ਆਪਣੀ ਵਿਰਤੀ ਜੋੜ ਲੈਂਦਾ ਹੈ ਤਾਂ ਉਸ ਪ੍ਰਮਾਤਮਾ ਦੇ ਨਾਲੋਂ ਉਹ ਕਦੇ ਵੀ ਨਹੀਂ ਵਿਛੜਦਾ। ਆਪਣੀ ਕਲਾ ਆਪੇ ਹੀ ਜਾਣੈ, ਪਰ ਆਪਣੀ ਇਹ ਕਲਾ ਪ੍ਰਮਾਤਮਾ ਆਪ ਹੀ ਜਾਣਦਾ ਹੈ। ਨਾਨਕ ਗੁਰਮੁਖ ਨਾਮ ਪਛਾਣੈ, ਕਿ ਹੇ ਨਾਨਕ ਜੋ ਗੁਰਮੁਖ ਮਨੁੱਖ ਹੈ ਉਹੀ ਪ੍ਰਮਾਤਮਾ ਦੇ ਨਾਮ ਨੂੰ ਪਛਾਣਦਾ ਹੈ। ਗੌੜੀ ਗੁਆਰਰੀ ਮਹਿਲਾ ਤੀਜਾ। ਹਉਮੈ ਵਿੱਚ ਸਭ ਜਗ ਬਉਰਾਨਾ, ਦੂਜੈ ਭਾਏ ਭਰਮ ਭੁਲਾਨਾ। ਇਹ ਜੋ ਸਾਰਾ ਜਗਤ ਹੈ ਉਹ ਹਉਮੈ ਦੇ ਵਿੱਚ, ਮੈਂ ਦੇ ਵਿੱਚ ਫਸ ਕੇ ਬੌਰਾਨਾ ਹੋਇਆ ਪਿਆ ਹੈ, ਝੱਲਾ ਹੋਇਆ ਪਿਆ ਹੈ। ਦੂਜੈ ਭਾਏ, ਪਰਮਾਤਮਾ ਦੇ ਨਾਮ ਨੂੰ ਭੁੱਲ ਕੇ ਹੋਰ ਤਰ੍ਹਾਂ ਦੇ ਪਿਆਰਾਂ ਦੇ ਵਿੱਚ ਪੈ ਗਿਆ ਹੈ, ਮਾਇਆ ਦੇ ਪਿਆਰ ਦੇ ਵਿੱਚ ਪੈ ਗਿਆ ਹੈ, ਤੇ ਇਸ ਤਰ੍ਹਾਂ ਭਰਮ ਭੁਲਾਨਾ, ਭਟਕਣਾ ਦੇ ਵਿੱਚ ਪਿਆ ਰਹਿੰਦਾ ਹੈ, ਕੁਰਾਹੇ ਪਿਆ ਰਹਿੰਦਾ ਹੈ। ਬਹੁਤ ਚਿੰਤਾ ਚਿਤਵੈ ਆਪ ਨਾ ਪਛਾਨੈ। ਕਹਿੰਦੇ ਹੋਰ ਬਹੁਤ ਸਾਰੀਆਂ ਸੋਚਾਂ ਸੋਚਦਾ ਹੈ, ਪਰ ਆਪਣੇ ਆਪ ਨੂੰ ਪਛਾਣਨ ਦੀ ਗੱਲ ਨਹੀਂ ਕਰਦਾ, ਆਪਣੇ ਅੰਦਰ ਝਾਤੀ ਨਹੀਂ ਮਾਰਦਾ, ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰਦਾ। ਧੰਦਾ ਕਰਤਿਆ ਅਨ ਦਿਨ ਵਿਹਾਨਾ, ਤੇ ਇਦਾਂ ਹੀ ਕੰਮਕਾਰ ਕਰਦੇ ਹੋਏ, ਦੌੜ ਭੱਜ ਦੇ ਵਿੱਚ ਲੱਗੇ ਹੋਏ ਹਰ ਦਿਨ ਬੀਤ ਰਿਹਾ ਹੈ। ਹਿਰਦੈ ਰਾਮ ਰਮਾਉ ਮੇਰੇ ਭਾਈ, ਹੇ ਮੇਰੇ ਭਾਈ ਆਪਣੇ ਹਿਰਦੇ ਦੇ ਵਿੱਚ ਉਸ ਪ੍ਰਮਾਤਮਾ ਦਾ ਨਾਮ ਰਚਾ ਲੈ, ਉਹਦਾ ਨਾਮ ਸਿਮਰਦਾ ਰਹਿ। ਗੁਰਮੁਖ ਰਸਨਾ ਹਰ ਰਸਨ ਰਸਾਈ ਰਹਾਓ। ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਆਪਣੀ ਜੀਵ ਨੂੰ ਉਸ ਪ੍ਰਮਾਤਮਾ ਦੇ ਨਾਮ ਰਸ ਦੇ ਨਾਲ ਰਸੀਲੀ ਬਣਾ ਲੈ। ਤੇ ਪ੍ਰਮਾਤਮਾ ਦਾ ਨਾਮ ਕੀ ਹੈ, ਇਹ ਵੀਡੀਓ ਅਸੀਂ ਕੁਝ ਦਿਨ ਪਹਿਲਾਂ ਹੀ ਅਪਲੋਡ ਕੀਤੀ ਹੈ, ਤੁਸੀਂ ਉਹ ਵੇਖ ਸਕਦੇ ਹੋ। ਗੁਰਮੁਖ ਹਿਰਦੈ ਜਿਨ ਰਾਮ ਪਛਾਤਾ, ਜਗ ਜੀਵਨ ਸੇਵ ਜੁਗ ਚਾਰੇ ਜਾਤਾ। ਕਹਿੰਦੇ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਜਿਹੜੇ ਮਨੁੱਖ ਨੇ ਆਪਣੇ ਹਿਰਦੇ ਦੇ ਵਿੱਚੋਂ ਰਾਮ ਪਛਾਣ ਲਿਆ, ਉਹ ਪਰਮਾਤਮਾ ਪਛਾਣ ਲਿਆ, ਉਹ ਉਸ ਜਗ ਜੀਵਨ ਪਰਮਾਤਮਾ ਨੂੰ, ਜੋ ਕਿ ਜਗਤ ਨੂੰ ਜੀਵਨ ਦੇਣ ਵਾਲਾ ਪਰਮਾਤਮਾ ਹੈ, ਉਹਨੂੰ ਸੇਵ ਕੇ, ਉਹਦੀ ਸੇਵਾ ਕਰਕੇ, ਉਹਦਾ ਸਿਮਰਨ ਕਰਕੇ ਚਾਰੇ ਯੁਗਾਂ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ। ਹਉਮੈ ਮਾਰ ਗੁਰ ਸ਼ਬਦ ਪਛਾਤਾ, ਕਿਰਪਾ ਕਰੇ ਪ੍ਰਭ ਕਰਮ ਵਿਧਾਤਾ। ਉਹ ਮਨੁੱਖ ਆਪਣੇ ਅੰਦਰੋਂ ਹਉਮੈ ਖਤਮ ਕਰਕੇ ਗੁਰੂ ਦੇ ਸ਼ਬਦਾਂ ਨੂੰ ਪਛਾਣ ਲੈਂਦਾ ਹੈ, ਗੁਰੂ ਦੇ ਸ਼ਬਦਾਂ ਦੇ ਨਾਲ ਸਾਂਝ ਪਾ ਲੈਂਦਾ ਹੈ। ਹੁਣ ਇੱਥੇ ਇਹ ਇੱਕ ਚੱਕਰ ਹੈ। ਚੱਕਰ ਕੀ ਹੈ ਕਿ ਤੁਸੀਂ ਆਪਣੀ ਹਉਮੈ ਨੂੰ ਮਾਰੋਗੇ ਤਾਂ ਗੁਰੂ ਦੇ ਸ਼ਬਦਾਂ ਦੇ ਨਾਲ ਸਾਂਝ ਪਏਗੀ, ਤੇ ਜੇ ਗੁਰੂ ਦੇ ਸ਼ਬਦਾਂ ਦੇ ਨਾਲ ਸਾਂਝ ਪਏਗੀ ਤਾਂ ਤੁਹਾਨੂੰ ਆਪਣੀ ਹਉਮੈ ਮਾਰਨ ਦੇ ਵਿੱਚ ਆਸਾਨੀ ਹੋਏਗੀ। ਦੋਨੇ ਚੀਜ਼ਾਂ ਇੱਕ ਦੂਜੀ ਦੇ ਦੁਆਲੇ ਹੀ ਘੁੰਮ ਰਹੀਆਂ ਨੇ।
ਸੋ ਜੇ ਪੂਰੀ ਤਰ੍ਹਾਂ ਦੇ ਨਾਲ ਦੋਨਾਂ ਦਾ ਲਾਹਾ ਲੈਣਾ ਹੈ ਤਾਂ ਇਹਨੂੰ ਇਹ ਸਮਝ ਲਓ ਕਿ ਜਿਸ ਤਰ੍ਹਾਂ ਜ਼ਿਪ ਹੁੰਦੀ ਹੈ, ਉਹਦੀ ਇੱਕ ਕੜੀ ਅੜਦੀ ਹੈ, ਫਿਰ ਉਹਦੇ ਅੱਗੇ ਦੂਜੀ ਅੜ ਜਾਂਦੀ ਹੈ, ਫਿਰ ਤੀਜੀ, ਫਿਰ ਚੌਥੀ, ਇਸੇ ਤਰ੍ਹਾਂ ਕਰਕੇ ਉਹ ਜੋ ਜ਼ਿਪ ਹੈ ਉਹ ਬੰਦ ਹੋ ਜਾਂਦੀ ਹੈ। ਉਸੇ ਤਰ੍ਹਾਂ ਹੀ ਹੈ, ਤੁਸੀਂ ਥੋੜ੍ਹੀ ਜਿਹੀ ਆਪਣੀ ਹਉਮੈ ਨੂੰ ਮਾਰ ਲਓਗੇ, ਥੋੜ੍ਹਾ ਜਿਹਾ ਗੁਰੂ ਦਾ ਸ਼ਬਦ ਤੁਹਾਨੂੰ ਸਮਝ ਦੇ ਵਿੱਚ ਪੈ ਜਾਏਗਾ। ਥੋੜ੍ਹਾ ਜਿਹਾ ਜਦੋਂ ਗੁਰੂ ਦਾ ਸ਼ਬਦ ਸਮਝ ਦੇ ਵਿੱਚ ਪਿਆ ਤਾਂ ਤੁਹਾਡੀ ਥੋੜ੍ਹੀ ਜਿਹੀ ਹਉਮੈ ਹੋਰ ਮਰ ਜਾਏਗੀ ਅਤੇ ਇਸੇ ਤਰ੍ਹਾਂ ਇਹ ਸਿਲਸਿਲਾ ਚੱਲਦਾ ਰਹੇਗਾ। ਤੁਸੀਂ ਆਪਣੀ ਹਉਮੈ ਨੂੰ ਖਤਮ ਕਰ ਲਓਗੇ। ਕਿਰਪਾ ਕਰੇ ਪ੍ਰਭ ਕਰਮ ਵਿਧਾਤਾ, ਤੇ ਇਸ ਤਰ੍ਹਾਂ ਕਰਨ ਦੇ ਵਿੱਚ ਪ੍ਰਮਾਤਮਾ ਵੀ ਤੁਹਾਡੇ ਉੱਪਰ ਕਿਰਪਾ ਕਰੇਗਾ। ਸੇ ਜਨ ਸੱਚੇ ਜੋ ਗੁਰ ਸ਼ਬਦ ਮਿਲਾਏ, ਧਾਵਤ ਵਰਜੇ ਠਾਕ ਰਹਾਏ। ਕਹਿੰਦੇ ਉਹ ਜਨ ਸੱਚੇ ਨੇ, ਉਸੇ ਪ੍ਰਮਾਤਮਾ ਦਾ ਸਰੂਪ ਨੇ, ਜਿਹੜੇ ਕਿ ਗੁਰੂ ਦੇ ਸ਼ਬਦ ਦੇ ਵਿੱਚ ਮਿਲੇ ਹੋਏ ਨੇ। ਉਹਨਾਂ ਨੂੰ ਉਹ ਪ੍ਰਮਾਤਮਾ ਆਪ ਮਾੜੇ ਪਾਸੇ ਤੋਂ ਵਰਜ ਕੇ ਰੱਖਦਾ ਹੈ। ਧਾਵਤ ਵਰਜੇ ਠਾਕ ਰਹਾਏ, ਵਰਜ ਕੇ, ਠਾਕ ਤੋਂ ਭਾਵ ਵੀ ਰੋਕ ਕੇ ਰੱਖਦਾ ਹੈ। ਨਾਮ ਨਵਨਿਤ ਗੁਰ ਤੇ ਪਾਏ, ਹਰ ਕਿਰਪਾ ਤੇ ਹਰ ਵਸੈ ਮਨ ਆਏ। ਜੋ 9 ਨਿਧੀਆਂ ਦੇ ਬਰਾਬਰ, 9 ਖਜ਼ਾਨਿਆਂ ਦੇ ਬਰਾਬਰ ਪ੍ਰਮਾਤਮਾ ਦਾ ਨਾਮ ਹੈ, ਉਹ ਗੁਰੂ ਪਾਸੋਂ ਹਾਸਲ ਹੁੰਦਾ ਹੈ। ਹਰ ਕਿਰਪਾ ਤੇ ਹਰ ਵਸੈ ਮਨ ਆਏ। ਕਹਿੰਦੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹੀ ਪ੍ਰਮਾਤਮਾ ਦਾ ਜੋ ਨਾਮ ਹੈ ਸਾਡੇ ਮਨਾਂ ਦੇ ਵਿੱਚ ਵਸਦਾ ਹੈ। ਤੇ ਜਦੋਂ ਉਹ ਪ੍ਰਮਾਤਮਾ ਦਾ ਨਾਮ ਸਾਡੇ ਮਨ ਦੇ ਵਿੱਚ ਵਸ ਗਿਆ, ਰਾਮ ਰਾਮ ਕਰਤਿਆ ਸੁਖ ਸ਼ਾਂਤ ਸਰੀਰ, ਅੰਤਰ ਵਸੈ ਨਾ ਲਾਗੈ ਜਮ ਪੀਰ। ਫਿਰ ਕਹਿੰਦੇ ਉਹ ਮਨੁੱਖ ਜੋ ਹੈ ਰਾਮ ਰਾਮ ਕਰਦਾ ਹੈ, ਉਸ ਪ੍ਰਮਾਤਮਾ ਦਾ ਨਾਮ ਜਪਦਾ ਹੈ, ਤੇ ਨਾਮ ਜਪਦਿਆਂ ਹੀ ਉਹਦਾ ਜੋ ਸਰੀਰ ਹੈ ਉਹ ਵੀ ਸ਼ਾਂਤ ਰਹਿੰਦਾ ਹੈ, ਤੇ ਉਹਨੂੰ ਜਮ ਪੀਰ ਵੀ ਨਹੀਂ ਲੱਗਦੇ, ਆਤਮਕ ਮੌਤ ਵੀ ਉਹਨੂੰ ਛੋਹ ਨਹੀਂ ਪਾਉਂਦੀ। ਆਪੇ ਸਾਹਿਬ ਆਪ ਵਜ਼ੀਰ, ਉਹ ਪ੍ਰਮਾਤਮਾ ਆਪ ਹੀ ਸਾਹਿਬ ਹੈ, ਆਪ ਹੀ ਮਾਲਕ ਹੈ, ਤੇ ਆਪ ਹੀ ਉਸ ਮਾਲਕ ਨੂੰ ਸਲਾਹ ਦੇਣ ਵਾਲਾ ਵਜ਼ੀਰ ਹੈ। ਨਾਨਕ ਸੇਵ ਸਦਾ ਹਰ ਗੁਣੀ ਗਹੀਰ, ਉਹ ਪ੍ਰਮਾਤਮਾ ਜਿਹੜਾ ਗੁਣੀ ਗਹੀਰ ਹੈ, ਅਨੰਤ ਗੁਣਾਂ ਦਾ ਮਾਲਕ ਹੈ। ਹੇ ਨਾਨਕ, ਉਸ ਨੂੰ ਸੇਵ, ਉਹਦਾ ਸਿਮਰਨ ਕਰ। ਗੌੜੀ ਗੁਆਰਰੀ ਮਹਿਲਾ ਤੀਜਾ। ਸੋ ਕਿਉ ਵਿਸਰੈ ਜਿਸ ਕੈ ਜੀ ਪ੍ਰਾਨਾ, ਸੋ ਕਿਉ ਵਿਸਰੈ ਸਭ ਮਾਹੇ ਸਮਾਨਾ, ਜਿਤ ਸੇਵਿਆ ਦਰਗਹਿ ਪਤ ਪਰਵਾਨਾ। ਕਹਿੰਦੇ ਉਹ ਪ੍ਰਮਾਤਮਾ ਜਿਸ ਦਾ ਸਿਮਰਨ ਕੀਤਿਆਂ ਉਹਦੀ ਦਰਗਾਹ ਦੇ ਵਿੱਚ ਪ੍ਰਵਾਨਗੀ ਮਿਲਦੀ ਹੈ, ਇੱਜ਼ਤ ਮਿਲਦੀ ਹੈ, ਉਹ ਪ੍ਰਮਾਤਮਾ ਜਿਹਦੇ ਬਖਸ਼ੇ ਹੋਏ ਜਿੰਦ ਤੇ ਪ੍ਰਾਣ ਸਾਡੇ ਕੋਲ ਹਨ, ਉਹ ਪ੍ਰਮਾਤਮਾ ਜਿਹੜਾ ਸਭ ਮਾਹੇ ਸਮਾਨਾ, ਸਾਰਿਆਂ ਦੇ ਵਿੱਚ ਵਿਆਪਕ ਹੈ। ਸੋ ਕਿਉਂ ਵਿਸਰੈ, ਕਹਿੰਦੇ ਉਹਨੂੰ ਅਸੀਂ ਕਿਉਂ ਭੁਲਾ ਦਿੰਦੇ ਹਾਂ। ਹਰ ਕੇ ਨਾਮ ਵਿਟੋ ਵੱਲ ਜਾਓ, ਤੂੰ ਵਿਸਰੈ ਤਦ ਹੀ ਮਰ ਜਾਓ ਰਹਾਓ। ਕਹਿੰਦੇ ਮੈਂ ਉਸ ਪ੍ਰਮਾਤਮਾ ਦੇ ਨਾਮ ਤੋਂ ਬਲਿਹਾਰੇ ਜਾਂਦਾ ਹਾਂ। ਜਦੋਂ ਹੀ ਉਹਦਾ ਨਾਮ ਮੇਰੇ ਮਨ ਦੇ ਵਿੱਚੋਂ ਵਿਸਰੇ, ਤਦੋਂ ਹੀ ਮੇਰੀ ਆਤਮਕ ਮੌਤ ਹੋ ਜਾਂਦੀ ਹੈ। ਤਿਨ ਤੂੰ ਵਿਸਰੈ ਜੇ ਤੁਧ ਆਪ ਭੁਲਾਏ, ਤਿਨ ਤੂੰ ਵਿਸਰੈ ਜੇ ਦੂਜੈ ਭਾਏ, ਮਨਮੁਖ ਅਗਿਆਨੀ ਜੋਨੀ ਪਾਏ। ਕਹਿੰਦੇ ਉਹਨਾਂ ਨੂੰ ਹੀ ਤੂੰ ਵਿਸਰਦਾ ਹੈ, ਉਹਨਾਂ ਮਨੁੱਖਾਂ ਨੂੰ ਹੀ ਤੂੰ ਵਿਸਰਦਾ ਹੈ ਜਿਨ੍ਹਾਂ ਦੇ ਮਨਾਂ ਦੇ ਵਿੱਚੋਂ ਆਪਣੇ ਆਪ ਨੂੰ ਤੂੰ ਆਪ ਵਿਸਾਰਦਾ ਹੈ। ਤਿਨ ਤੂੰ ਵਿਸਰੈ ਜੇ ਤੁਧ ਆਪ ਭੁਲਾਏ, ਜਿਨ੍ਹਾਂ ਨੂੰ ਤੂੰ ਆਪ ਕੁਰਾਹੇ ਪਾਇਆ ਹੋਇਆ ਹੈ, ਉਹਨਾਂ ਦੇ ਮਨਾਂ ਦੇ ਵਿੱਚੋਂ ਹੀ ਤੂੰ ਵਿਸਰਦਾ ਹੈ। ਤਿਨ ਤੂੰ ਵਿਸਰੈ ਜੇ ਦੂਜੈ ਭਾਏ, ਉਹ ਮਨੁੱਖ ਫਿਰ ਮਾਇਆ ਵਾਲੇ ਪਾਸੇ ਵੀ ਲੱਗੇ ਰਹਿੰਦੇ ਨੇ, ਉਹਨਾਂ ਨੂੰ ਵੀ ਤੂੰ ਆਪ ਹੀ ਮਾਇਆ ਵਾਲੇ ਪਾਸੇ ਲਾਇਆ ਹੋਇਆ ਹੈ। ਮਨਮੁਖ ਅਗਿਆਨੀ ਜੋਨੀ ਪਾਏ, ਗਿਆਨਹੀਨ ਤੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਜਿਹੜੇ ਮਨੁੱਖ ਨੇ, ਉਹਨਾਂ ਨੂੰ ਤੂੰ ਜੋਨੀਆਂ ਦੇ ਵਿੱਚ ਪਾ ਦਿੰਦਾ ਹੈ। ਹੁਣ ਜੋਨੀਆਂ ਦੇ ਵਿੱਚ ਕਿਵੇਂ ਪੈਂਦਾ ਹੈ ਮਨੁੱਖ, ਇਹਦੇ ਬਾਰੇ ਅਸੀਂ ਵੀਡੀਓ ਕਾਫੀ ਸਮਾਂ ਪਹਿਲਾਂ ਅਪਲੋਡ ਕੀਤੀ ਸੀ, ਜਿਹਦੇ ਵਿੱਚ ਕਿ ਜਨਮ ਮਰਨ ਦੇ ਬੰਧਨਾਂ ਦੀ ਵੀ ਗੱਲ ਹੋਈ ਸੀ। 2-3 ਵੀਡੀਓਜ਼ ਉਹ ਅਪਲੋਡ ਕੀਤੀਆਂ ਸਨ ਇਸ ਸਾਰੇ ਕਨਸੈਪਟ ਦੇ ਉੱਤੇ। ਉਹਨਾਂ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੀ ਹੈ, ਤੁਸੀਂ ਵੇਖ ਸਕਦੇ ਹੋ। ਜਿਨ ਇੱਕ ਮਨ ਤੁੱਠਾ ਸੇ ਸਤਿਗੁਰ ਸੇਵਾ ਲਾਏ, ਜਿਨ ਇੱਕ ਮਨ ਤੁੱਠਾ ਤਿਨ ਹਰ ਮਨ ਵਸਾਏ, ਗੁਰਮਤੀ ਹਰ ਨਾਮ ਸਮਾਏ। ਕਹਿੰਦੇ ਜਿਨ੍ਹਾਂ ਨੂੰ ਤੂੰ ਇੱਕ ਮਨ ਪ੍ਰਸੰਨ ਹੁੰਦਾ ਹੈ, ਖਾਸ ਤਰ੍ਹਾਂ ਦੇ ਨਾਲ ਪ੍ਰਸੰਨ ਹੁੰਦਾ ਹੈ, ਪੂਰੀ ਤਰ੍ਹਾਂ ਦੇ ਨਾਲ ਪ੍ਰਸੰਨ ਹੁੰਦਾ ਹੈ, ਉਹਨਾਂ ਨੂੰ ਤੂੰ ਸਤਿਗੁਰੂ ਦੀ ਸੇਵਾ ਦੇ ਵਿੱਚ ਲਾਉਂਦਾ ਹੈ।
ਉਹਨਾਂ ਦੇ ਮਨਾਂ ਦੇ ਵਿੱਚ ਤੂੰ ਆਪਣਾ ਨਾਮ ਵਸਾਉਂਦਾ ਹੈ ਤੇ ਉਹ ਮਨੁੱਖ ਫਿਰ ਗੁਰੂ ਦੀ ਦੱਸੀ ਹੋਈ ਸੇਵਾ ਕਰਕੇ, ਗੁਰੂ ਦੀਆਂ ਦੱਸੀਆਂ ਹੋਈਆਂ ਸਿੱਖਿਆਵਾਂ ਦੇ ਉੱਤੇ ਚੱਲ ਕੇ ਤੇਰੇ ਨਾਮ ਦੇ ਵਿੱਚ ਹੀ ਸਮਾਏ ਰਹਿੰਦੇ ਹਨ। ਜਿਨ੍ਹਾਂ ਪੋਤੈ ਪੁੰਨ ਸੇ ਗਿਆਨ ਵਿਚਾਰੀ, ਜਿਨ੍ਹਾਂ ਪੋਤੈ ਪੁੰਨ ਤਿਨ ਹਉਮੈ ਮਾਰੀ, ਨਾਨਕ ਜੋ ਨਾਮ ਰਤੇ ਤਿਨ ਕਉ ਬਲਿਹਾਰੀ। ਪੋਤੈ ਤੋਂ ਭਾਵ ਪੱਲੇ, ਕਹਿੰਦੇ ਜਿਨ੍ਹਾਂ ਪੱਲੇ ਪੁੰਨ ਹੈ, ਜਿਨ੍ਹਾਂ ਕੋਲ ਚੰਗੇ ਕਰਮ ਨੇ, ਸੇ ਗਿਆਨ ਵਿਚਾਰੀ, ਉਹ ਗਿਆਨ ਦਾ ਵਿਚਾਰ ਕਰਦੇ ਨੇ, ਉੱਚੀ ਵਿਚਾਰ ਦੇ ਮਾਲਕ ਬਣ ਜਾਂਦੇ ਨੇ। ਜਿਨ੍ਹਾਂ ਪੋਤੈ ਪੁੰਨ ਤਿਨ ਹਉਮੈ ਮਾਰੀ, ਉਹ ਹਉਮੈ ਨੂੰ ਮਾਰ ਲੈਂਦੇ ਨੇ। ਹੇ ਨਾਨਕ, ਜੋ ਨਾਮ ਰਤੇ, ਜਿਹੜੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਹੋਏ ਨੇ, ਤਿਨ ਕਉ ਬਲਿਹਾਰੀ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 159ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਅੰਗ ਦੀ ਬਾਣੀ ਦੇ ਵਿੱਚ ਅਸੀਂ 3 ਸ਼ਬਦ ਪੜ੍ਹੇ ਨੇ। ਪਹਿਲੇ ਸ਼ਬਦ ਦੇ ਵਿੱਚ ਮਨੁੱਖ ਦੇ ਮਨ ਦੀ ਗੱਲ ਹੋਈ ਹੈ ਕਿ ਕਿਸ ਤਰ੍ਹਾਂ ਉਹਨੂੰ ਕਾਬੂ ਦੇ ਵਿੱਚ ਕਰਨਾ ਔਖਾ ਹੈ ਪਰ ਨਾਮੁਮਕਿਨ ਨਹੀਂ ਹੈ। ਗੁਰੂ ਦੇ ਲੜ ਜੇ ਅਸੀਂ ਲੱਗ ਜਾਈਏ, ਗੁਰੂ ਦੀਆਂ ਸਿੱਖਿਆਵਾਂ ਦੇ ਉੱਤੇ ਜੇ ਅਸੀਂ ਕੰਮ ਕਰੀਏ ਤਾਂ ਅਸੀਂ ਆਪਣੇ ਮਨ ਨੂੰ ਕਾਬੂ ਦੇ ਵਿੱਚ ਵੀ ਕਰ ਸਕਦੇ ਹਾਂ। ਦੂਸਰੇ ਸ਼ਬਦ ਦੇ ਵਿੱਚ ਗੁਰੂ ਦੇ ਸ਼ਬਦਾਂ ਦੀ ਮਹੱਤਤਾ ਦੀ ਗੱਲ ਹੋਈ ਹੈ ਤੇ ਉਸ ਪਰਮਾਤਮਾ ਦੀ ਕਿਰਪਾ ਦੀ ਗੱਲ ਹੋਈ ਹੈ ਕਿ ਕਿਸ ਪ੍ਰਕਾਰ ਉਹ ਕਿਰਪਾ ਕਰਕੇ ਗੁਰੂ ਮਿਲਾਉਂਦਾ ਹੈ ਤੇ ਗੁਰੂ ਦੀਆਂ ਸਿੱਖਿਆਵਾਂ ਦੇ ਉੱਤੇ ਚੱਲ ਕੇ ਅਸੀਂ ਆਪਣੇ ਮਨ ਨੂੰ ਕਾਬੂ ਦੇ ਵਿੱਚ ਕਰ ਪਾਉਂਦੇ ਹਾਂ। ਤੇ ਤੀਸਰੇ ਸ਼ਬਦ ਦੇ ਵਿੱਚ ਉਸ ਪਰਮਾਤਮਾ ਦੀਆਂ ਤਾਕਤਾਂ ਦੀ ਗੱਲ ਹੋਈ ਹੈ। ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹਨੂੰ ਉਹ ਚਾਹੁੰਦਾ ਹੈ ਕੁਰਾਹੇ ਪਾਉਣਾ, ਉਹਨੂੰ ਉਹ ਕੁਰਾਹੇ ਪਾ ਦਿੰਦਾ ਹੈ ਤੇ ਆਪਣਾ ਨਾਮ ਉਹਦੇ ਮਨ ਦੇ ਵਿੱਚੋਂ ਵਿਸਾਰ ਦਿੰਦਾ ਹੈ ਤੇ ਜਿਹਦੇ ਤੋਂ ਉਹ ਪ੍ਰਸੰਨ ਹੋ ਜਾਂਦਾ ਹੈ ਉਹਨੂੰ ਉਹ ਸਤਿਗੁਰੂ ਦੀ ਸੇਵਾ ਦੇ ਵਿੱਚ ਲਾ ਦਿੰਦਾ ਹੈ। ਜਿਨ੍ਹਾਂ ਮਨੁੱਖਾਂ ਦੇ ਪੱਲੇ ਚੰਗੇ ਕਰਮ ਨੇ, ਪੁੰਨ ਨੇ, ਉਹ ਆਪਣੇ ਅੰਦਰੋਂ ਹਉਮੈ ਨੂੰ ਮਾਰ ਲੈਂਦੇ ਨੇ। ਸੋ ਗੁਰੂ ਦੀ ਬਾਣੀ ਦੇ ਨਾਲ ਜੁੜੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਮੇਰੇ ਵੱਲੋਂ ਇੱਥੇ ਹੀ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।